ਹੈਲੋ एवरीवन। ਅੱਜ ਦੀ ਜੋ ਆਪਣੀ ਡਿਸਕਸ਼ਨ ਹੈ ਚੈਪਟਰ ਨੰਬਰ 4 ਹੈ, ਜਿਹਦੇ ਵਿੱਚ ਆਪਾਂ ਗੱਲ ਕਰਾਂਗੇ ਰਿਸਕ ਐਂਡ ਸਿਕਸ ਆਰਕੀਟੈਕਚਰ ਦੀ। ਮੈਂ ਤੁਹਾਨੂੰ ਦੱਸਣਾ ਚਾਹੂੰਗਾ ਪਹਿਲਾਂ ਵੀ ਜਿਹੜਾ ਰਿਸਕ ਐਂਡ ਸਿਸਕ ਹੈ ਇਹ ਬਹੁਤ ਹੀ ਇੰਪੋਰਟੈਂਟ ਚੈਪਟਰ ਹੈ ਅਤੇ ਇਹਦੇ ਵਿੱਚੋਂ ਫਾਈਨਲੀ ਐਗਜ਼ਾਮ ਦੇ ਵਿੱਚ ਇੱਕ ਕੁਐਸਚਨ ਪੱਕਾ ਆਉਂਦਾ ਹੈ, ਚਾਹੇ ਰਿਸਕ ਆਵੇ ਭਾਵੇਂ ਸਿਸਕ ਆਵੇ। ਸੋ ਆਪਾਂ ਪਹਿਲਾਂ ਸਭ ਤੋਂ ਪਹਿਲਾਂ ਸਟਾਰਟਿੰਗ ਕਰਦੇ ਹਾਂ ਰਿਸਕ ਤੋਂ। ਕੀ ਚੀਜ਼ ਹੈ ਇਹ? ਕਹਿੰਦਾ ਪ੍ਰਨਾਊਂਸਡ, ਜਿਹੜਾ ਆਪਾਂ ਵਰਡ ਪ੍ਰਨਾਊਂਸ ਕਰ ਰਹੇ ਹਾਂ ਰਿਸਕ ਇਜ਼ ਏ ਐਕਰੋਨੀਅਮ ਫॉर रिड्यूस इंस्ट्रक्शन सैट कंप्यूटर एंड इज़ ए टाइप ऑफ माइक्रो प्रोसैसर। ਇਹਨੂੰ ਐਂ ਕਹਿ ਸਕਦੇ ਇੱਕ ਟਾਈਪ ਹੈ ਕਿਹਦੀ, ਮਾਈਕਰੋ ਪ੍ਰੋਸੈਸਰ ਦੀ। ਅਤੇ ਇਹਦਾ ਮੀਨਿੰਗਫੁਲ ਕੀ ਬਣਦਾ ਹੈ? ਰਿਸਕ ਇੰਸਟਰਕਸ਼ਨ ਸੈਟ ਆਫ ਕੰਪਿਊਟਰ, ਯਾਨੀ ਕਿ ਰਿਡਿਊਸ ਕਰਨਾ, ਯਾਨੀ ਕਿ ਰਿਡਿਊਸ ਇੰਸਟਰਕਸ਼ਨ ਸੈਟ ਆਫ ਕੰਪਿਊਟਰ। ਰਿਡਿਊਸ ਕਰਨਾ, ਘਟਾਉਣਾ ਕਿਹਦੀਆਂ ਇੰਸਟਰਕਸ਼ਨਸ ਨੂੰ, ਯਾਨੀ ਕਿ ਜਿਹਦੇ ਵਿੱਚ ਆਪਾਂ ਫੋਰ ਐਗਜ਼ਾਮਪਲ ਸਿੱਧਾ ਜਿਹਾ ਬੋਲਾਂ ਵੀ ਰਿਸਕ ਘੱਟ ਹੋਵੇ। ਠੀਕ ਹੈ। ਦੈਟ ਰਿਕੋਗਨਾਈਜ਼ ਇਹ ਰਿਲੇਟਿਵਲੀ ਲਿਮਿਟਿਡ ਨੰਬਰ ਆਫ ਇੰਸਟਰਕਸ਼ਨ, ਯਾਨੀ ਕਿ ਇਹਦੇ ਵਿੱਚ ਜਿਹੜੀਆਂ ਆਪਾਂ ਇੰਸਟਰਕਸ਼ਨ ਯੂਜ਼ ਕਰਨੀਆਂ ਨੇ ਕੀ ਕਰਾਂਗੇ? ਲਿਮਿਟਿਡ ਨੰਬਰ ਆਫ ਇੰਸਟਰਕਸ਼ਨ ਯੂਜ਼ ਕਰਾਂਗੇ, ਯਾਨੀ ਲਿਮਿਟ ਹੋਊਗੀ ਉਹਨਾਂ ਦੀ ਇੰਸਟਰਕਸ਼ਨਸ ਦੀ। ਜੋ ਤੁਸੀਂ ਇੰਸਟਰਕਸ਼ਨ ਦਿਓਗੇ ਉਹਨਾਂ ਦੀ ਲਿਮਿਟ ਹੋਊਗੀ। ਜੇ ਲਿਮਿਟ ਹੋਊਗੀ ਤਾਂ ਓਬਵੀਅਸ ਹੈ ਵੀ ਉੱਥੇ ਗਲਤੀ ਦੇ ਚਾਂਸਿਸ ਘੱਟ ਹੋਣਗੇ ਅਤੇ ਐਰਰ ਦੇ ਵੀ ਚਾਂਸਿਸ ਘੱਟ ਹੋਣਗੇ, ਟਾਈਮ ਵੀ ਘੱਟ ਕੰਜ਼ਿਊਮ ਹੋਊਗਾ। ਇਹ ਸਾਰੀਆਂ ਚੀਜ਼ਾਂ ਔਰ ਤੁਸੀਂ ਆਪਣੇ ਮਾਈਂਡ ਦੇ ਵਿੱਚ ਪਹਿਲਾਂ ਤੋਂ ਹੀ ਸੈੱਟ ਕਰ ਲਿਓ। ਕਹਿੰਦਾ ਕੀ ਹੈ? ਦੈਟ ਰਿਕੋਗਨਾਈਜ਼ ਰਿਲੇਟਿਵਲੀ ਲਿਮਿਟਿਡ ਨੰਬਰ ਆਫ ਇੰਸਟਰਕਸ਼ਨ, ਜਿਹਦੇ ਵਿੱਚ ਜਿਹੜੀਆਂ ਇੰਸਟਰਕਸ਼ਨ ਨੇ ਉਹ ਲਿਮਿਟਿਡ ਨੰਬਰ ਨਹੀਂ ਆ। ਦ ਕੰਸੈਪਟ ਆਫ ਰਿਸਕ ਵਾਜ਼ ਡਿਵੈਲਪ ਬਾਏ ਜੋਹਨ ਕੋਕੀ। ਕਿਹਦੇ ਦੁਆਰਾ ਕੀਤਾ ਗਿਆ ਸੀਗਾ ਰਿਸਕ ਦਾ ਜਿਹੜਾ ਕੰਸੈਪਟ ਸੀਗਾ? ਜੋਹਨ ਕੋਕੀ ਦੁਆਰਾ, ਜੋ ਸੀ IBM ਦਾ ਰਿਸਰਚ ਕੀਤੀ ਸੀ ਜਿਹਨੇ। IBM ਮੈਂ ਦੱਸਣਾ ਚਾਹੂੰਗਾ ਤੁਹਾਨੂੰ, ਮੈਂ ਪਹਿਲਾਂ ਵੀ ਦੱਸਿਆ ਜਨਰੇਸ਼ਨ ਦੇ ਵਿੱਚ IBM ਕੰਪਿਊਟਰ ਹੈ, ਯਾਨੀ ਕੰਪਿਊਟਰ ਦੀ ਕੰਪਨੀ ਆ IBM, ਯਾਨੀ ਉਹਨਾਂ ਦੁਆਰਾ ਰਿਸਰਚ ਕੀਤਾ ਗਿਆ ਸੀ ਇਹਨੂੰ। ਅਤੇ ਕਦੋਂ ਕੀਤਾ ਗਿਆ ਸੀ? 1974। His argument was based upon the notation that a computer use only 20% instruction, ਯਾਨੀ ਜਿਹੜਾ ਉਹਦਾ ਆਰਗੂਮੈਂਟ ਸੀਗਾ, ਉਹਦਾ ਵਿਊ ਸੀਗਾ, was based upon the notation that a computer use only, ਜਿਹਦੇ ਵਿੱਚ ਕੀ ਦੱਸਿਆ ਗਿਆ ਸੀਗਾ? ਕੰਪਿਊਟਰ use only 20% of instruction, ਜਿਹੜਾ ਕੀ ਯੂਜ਼ ਕਰਦਾ ਹੈ? 20% ਇੰਸਟਰਕਸ਼ਨ ਯੂਜ਼ ਕਰਦਾ ਹੈ, ਮੇਕਿੰਗ ਦਾ ਅਦਰ 80% ਯੂਜ਼ ਸੁਪਰ ਫਲੋਜ਼ ਟੂ ਰਿਕੁਆਇਰਮੈਂਟ। ਸੁਪਰ ਫਲੋਜ਼ ਰਿਕੁਆਇਰਮੈਂਟ ਕੀ ਹੁੰਦਾ ਹੈ? ਕੋਈ ਦੱਸ ਸਕਦਾ? ਸੁਪਰ ਫਲੋਜ਼ ਰਿਕੁਆਇਰਮੈਂਟ ਦਾ ਮਤਲਬ ਹੁੰਦਾ ਜਿਵੇਂ ਮਤਲਬ ਕਿ ਫੋਰ ਐਗਜ਼ਾਮਪਲ ਵੀ ਉਹਨਾਂ ਦੀ ਜਿਹੜੀਆਂ ਕਮੀਆਂ ਨੇਗੀਆਂ, ਜਿਵੇਂ ਮਤਲਬ ਫੋਰ ਨੂੰ ਜਿਹੜੀ ਨੀਡ ਹੈ, ਜ਼ਰੂਰਤ ਹੈ, ਉਹਨਾਂ ਨੂੰ ਆਪਦੇ ਅਕੋਰਡਿੰਗ ਪੂਰਾ ਕਰਨਾ, ਉਹਨਾਂ ਨੂੰ ਫੁੱਲਫਿਲ ਕਰਨਾ। ਠੀਕ ਹੈ। ਸੋ ਉਸ ਤੋਂ ਬਾਅਦ ਕਹਿ ਰਿਹਾ ਕਿ ਇਹ ਪ੍ਰੋਸੈਸਰ ਬੇਸਡ ਅਪੋਨ ਕੰਸੈਪਟ ਵੁੱਡ ਯੂਜ਼ ਫਿਊ ਇੰਸਟਰਕਸ਼ਨ। ਜਿਹੜਾ ਪ੍ਰੋਸੈਸਰ ਬੇਸਡ ਅਪੋਨ ਸਿਸਟਮ ਹੈ ਇਹ ਕੀ ਯੂਜ਼ ਕਰ ਰਿਹਾ? ਪਹਿਲਾਂ ਵੀ ਲਾਈਨ ਆ ਚੁੱਕੀ ਹੈ। ਇਹਦੇ ਵਿੱਚ ਇੰਸਟਰਕਸ਼ਨ ਕੀ ਹੁੰਦੀਆਂ ਨੇ? ਲਿਮਿਟਿਡ ਹੁੰਦੀਆਂ ਨੇ ਕਹਿ ਲਓ, ਭਾਵੇਂ ਫਿਊ ਇੰਸਟਰਕਸ਼ਨ ਕਹਿ ਲਓ। ਵਿਚ ਰਿਕੁਆਇਰ ਫਿਊਰ ਟਰਾਂਜਿਸਟਰ, ਜੇ ਇੰਸਟਰਕਸ਼ਨ ਥੋੜ੍ਹੀਆਂ ਹੋਣਗੀਆਂ ਤਾਂ ਟਰਾਂਜਿਸਟਰ ਵੀ ਓਬਵੀਅਸ ਹੈ ਥੋੜ੍ਹੇ ਹੀ ਹੋਣਗੇ। ਐਂਡ ਦੈਮ ਚੀਪਰ ਟੂ ਮੈਨੂਫੈਕਚਰ, ਅਤੇ ਇਹਨੂੰ ਜਿਹੜਾ ਮੈਨੂਫੈਕਚਰਿੰਗ ਕਰਨਾ, ਇਹਨੂੰ ਬਣਾਉਣਾ, ਜਿਹੜਾ ਖਰਚਾ ਉਹ ਵੀ ਕੀ ਹੋਊਗਾ? ਘੱਟ ਹੋਊਗਾ। ਬਾਈ ਰਿਡਿਊਸਿੰਗ ਦਾ ਨੰਬਰ ਆਫ ਟਰਾਂਜਿਸਟਰ ਐਂਡ ਇੰਸਟਰਕਸ਼ਨ ਟੂ ਓਨਲੀ ਦੋਜ਼ ਮੋਸਟ ਫਰੀਕੁਐਂਟਲੀ ਯੂਜ਼। ਆਪਾਂ ਜਿਹੜੀਆਂ ਇਹ ਟਰਾਂਜਿਸਟਰ ਜਿਹਦੇ ਵਿੱਚ ਘੱਟ ਇੰਸਟਰਕਸ਼ਨ ਯੂਜ਼ ਕਰੀਏ ਤਾਂ ਇਹਨੂੰ ਜਿਹੜਾ ਮਤਲਬ ਯੂਜ਼ ਕਰਨਾ ਬਹੁਤ ਈਜ਼ੀ ਹੈ। ਫਰੀਕੁਐਂਟਲੀ ਮਤਲਬ ਆਸਾਨੀ ਨਾਲ ਇਹਨੂੰ ਕੀ ਕੀਤਾ ਜਾ ਸਕਦਾ ਹੈ? ਮਤਲਬ ਕਿ ਉਪਯੋਗ ਕੀਤਾ ਜਾ ਸਕਦਾ ਹੈ। ਦ ਕੰਪਿਊਟਰ ਵੁੱਡ ਗੈਟ ਮੋਰ ਡਨ ਇਨ ਸ਼ੋਰਟਰ ਅਮਾਊਂਟ ਆਫ ਟਾਈਮ। ਅਤੇ ਮੈਂ ਗੱਲ ਪਹਿਲਾਂ ਵੀ ਕਹਿ ਚੁੱਕਿਆ ਸਟਾਰਟਿੰਗ ਦੇ ਵਿੱਚ। ਅਤੇ ਇਹਦੇ ਵਿੱਚ ਟਾਈਮ ਵੀ ਕੀ ਹੋਊਗਾ? ਘੱਟ ਹੀ ਜ਼ਰੂਰਤ ਹੈ ਇਹਦੇ ਵਿੱਚ, ਯਾਨੀ ਕਿ ਕਿਸੇ ਵੀ ਇੰਸਟਰਕਸ਼ਨ ਨੂੰ ਜਾਂ ਕਿਸੇ ਵੀ ਕੰਮ ਨੂੰ ਕੰਪਲੀਟ ਲਈ ਟਾਈਮ ਕੀ ਲੱਗੂਗਾ? ਬਹੁਤ ਜ਼ਿਆਦਾ ਘੱਟ ਲੱਗੂਗਾ। ਐਜ਼ ਏ ਕੰਪੈਰੀਜ਼ਨ ਆਫ ਸਿਸਕ। ਫੀਚਰਸ ਆਫ ਰਿਸਕ, ਪਹਿਲੀ ਫੀਚਰ ਬਣਦੀ ਹੈ ਰਿਡਿਊਸ ਇੰਸਟਰਕਸ਼ਨ ਸੈਟ ਆਫ ਕੰਪਿਊਟਰ। ਇਹਦਾ ਪੂਰਾ ਨੇਮ ਇਟ ਹੈਜ਼ ਫਿਊਰ, ਇਹ ਕੁਛ ਹੁੰਦੀਆਂ ਨੇ ਲਿਮਿਟਿਡ ਨੰਬਰ ਆਫ ਇੰਸਟਰਕਸ਼ਨ ਹੁੰਦੀਆਂ ਨੇ। ਇਹਦੇ ਵਿੱਚ ਇਟ ਹੈਜ਼ ਫਿਊ ਇੰਸਟਰਕਸ਼ਨ, ਜੇ ਇੰਸਟਰਕਸ਼ਨ ਫਿਊਰ ਹੋਣੀਆਂ ਤਾਂ ਲੈਜ਼ਰ ਟਾਈਮ ਆਫ ਐਗਜ਼ੀਕਿਊਸ਼ਨ, ਯਾਨੀ ਐਗਜ਼ੀਕਿਊਟ ਹੋਣ ਨੂੰ ਵੀ ਟਾਈਮ ਕੀ ਲੱਗੂਗਾ? ਘੱਟ ਲੱਗੂਗਾ। ਇਟ ਇਜ਼ ਫਾਸਟਰ ਦੈਨ, ਇਹ ਫਾਸਟਰ ਹੋਊਗਾ ਹੀ ਹੋਊਗਾ, ਕਿਉਂਕਿ ਸਪੀਡ ਇਹਦੀ ਕੀ ਹੈ? ਜਦੋਂ ਇੰਸਟਰਕਸ਼ਨ ਘੱਟ ਨੇ ਤਾਂ ਸਪੀਡ ਵੀ ਕੀ ਹੈ? ਫਾਸਟ ਹੈ। ਬਿਕੋਜ਼ ਇਟ ਯੂਜ਼ ਸਿੰਪਲ ਐਡਰੈਸਿੰਗ ਮੋਡ, ਜਿਹੜਾ ਯੂਜ਼ ਕਰ ਰਿਹਾ ਕਿਹੜੇ ਐਡਰੈਸਿੰਗ ਮੋਡ ਯੂਜ਼ ਕਰ ਰਿਹਾ? ਕਿਹੜੇ ਐਡਰੈਸ ਯੂਜ਼ ਕਰ ਰਿਹਾ? ਸਿੰਪਲ ਐਡਰੈਸ ਯੂਜ਼ ਕਰ ਰਿਹਾ, ਸਿੰਪਲ ਐਡਰੈਸਿੰਗ ਮੋਡ ਯੂਜ਼ ਕਰ ਰਿਹਾ। ਰਿਸਕ ਹੈਜ਼ ਯੂਨੀਫਾਰਮ ਫਿਕਸ ਲੈਂਥ, ਰਿਸਕ ਦੀ ਜਿਹੜੀ ਯੂਨੀਫਾਰਮ ਲੈਂਥ ਹੈ ਉਹ ਕੀ ਹੈ? ਫਿਕਸਡ ਹੈ, ਯਾਨੀ ਕਿ ਆਪਾਂ ਅਨਲਿਮਿਟਿਡ ਨਹੀਂ ਕ੍ਰੀਏਟ ਕਰ ਸਕਦੇ। ਦੈਟ ਸਿੰਪਲੀਫਾਈ ਇੰਸਟਰਕਸ਼ਨ ਡੀਕੋਡਿੰਗ, ਜਿਹਦੇ ਵਿੱਚ ਆਪਾਂ ਕੀ ਕਰ ਸਕਦੇ ਹਾਂ? ਸਿੰਪਲੀਫਾਈ ਕਰ ਸਕਦੇ ਹਾਂ, ਜਾਂ ਆਪਾਂ ਸਿੱਧੀ ਜਿਹੀ ਕਹਿ ਸਕਦੇ ਹਾਂ ਵੀ ਆਪਾਂ ਐਰਰ ਰਿਮੂਵ ਕਰ ਸਕਦੇ ਹਾਂ, ਜਾਂ ਜੋ ਵੀ ਫੋਲਟ ਨੇਗੇ ਉਹਨਾਂ ਨੂੰ ਆਪਾਂ ਜਲਦੀ ਡੀਬਗ ਕਰ ਸਕਦੇ ਹਾਂ। ਠੀਕ ਹੈ ਜੀ। ਉਸ ਤੋਂ ਬਾਅਦ ਗੱਲ ਕਰ ਰਿਹਾ ਰਿਸਕ ਦੀ। ਕਹਿੰਦਾ ਰਿਸਕ ਮਸ਼ੀਨ ਮੋਸਟਲੀ ਯੂਜ਼ ਹਾਰਡਵੇਅਰ ਕੰਟਰੋਲ ਯੂਨਿਟ। ਕੀ ਯੂਜ਼ ਕਰਦੀ ਹੈ? ਜ਼ਿਆਦਾਤਰ ਕਿੱਥੇ ਉਪਯੋਗ ਕੀਤੀ ਜਾਂਦੀ ਹੈ? ਹਾਰਡਵੇਅਰ ਕੰਟਰੋਲ ਯੂਨਿਟ, ਯਾਨੀ ਕਿ ਕੰਪਿਊਟਰ ਦੇ ਵਿੱਚ ਹਾਰਡਵੇਅਰ ਨੂੰ ਕੰਟਰੋਲ ਕਰਨ ਲਈ। ਰਿਸਕ ਪ੍ਰੋਸੈਸਰ ਕੰਜ਼ਿਊਮ ਲੈਸ ਪਾਵਰ, ਪਾਵਰ ਵੀ ਘੱਟ ਯੂਜ਼ ਕਰਦਾ ਹੈ, ਘੱਟ ਯੂਜ਼ ਕਰਦਾ ਹੈ। ਆਰ ਹੈਵਿੰਗ
हाई परफॉर्मेंस, जबकि इसकी परफॉर्मेंस की है बहुत ज़्यादा हाई है। इट हैज़ सिंगल साइकिल इंस्ट्रक्शन एग्जीक्यूशन, ये एक इंस्ट्रक्शन एक टाइम की मूव करती है, यानी कि सिंगल साइकिल इंस्ट्रक्शन का मतलब की होंगे आप मल्टीपल इंस्ट्रक्शन इकट्ठियां नहीं दे सकते, सिंगल इंस्ट्रक्शन यानी कि 1 बाय 1 करके मूव करती है, यानी कि उन्होंने पहला कंप्लीट करूँ फिर दूजे को एक्सैस कर सकती है। मैमरी एक्सैस इज लिमिटेड, जी मैमरी है वही घट यूज़ करता है, यानी कि उन्होंने घट यूज़ करता तो लोड घट होगा तो स्टोर भी घट करूँगा इंस्ट्रक्शन। ऑल द ऑपरेशंस आर डन विद इन द रजिस्टर ऑफ द CPU, जिन्ने भी ये ऑपरेशन परफॉर्म किए जाते हैं विद द हैल्प ऑफ रजिस्टर ऑफ द CPU, कि द्वारा यूज़ किए जाते हैं CPU के रजिस्टर्स द्वारा। मैनी सिमेट्रिक्स रजिस्टर विच आर ऑर्गेनाइज इन टू ए रजिस्टर फाइल, यानी कि जिन्नियां भी तुसी इंस्ट्रक्शन दोगे उन्होंने एक मैनर के ऑर्गेनाइज किया जाता है। ऑर्गेनाइज करने का मतलब की होंगे किसी ढंग नाल रखना। फॉर एग्जाम्पल दे देना मैं, कॉलेज के लाइब्रेरी होंगी है, बुक्स नूं आपां जदों रखते हैं लाइब्रेरी के रखते हैं तो उन्होंने किस ढंग नाल रखा जाता है कि जिवें फॉर एग्जाम्पल ला लो कंप्यूटर पहला डिपार्टमेंट के अकॉर्डिंग बुक्स नूं रखा जाता है, फिर सबजैक्ट वाइज बुक्स नूं इकट्ठा रखा जाता है, एक मैनर रखी जाती है ताकि जी बुक नूं ईजली फाइंड आउट किया जा सके। जे आप सारा कुछ मिक्सअप कर देंगे तो किसी भी चीज़ में लभना सौखा नहीं होंदा। लैस कंपलैक्स एंड सिंपल इंस्ट्रक्शन, जिहड़ियां इंस्ट्रक्शन ने सिंपल होणगियां तो कंपलैक्सिटी बिल्कुल भी नहीं होगी। रिस्क सिस्टम आर मोर पॉपुलर दैन सिस्क, ये ज़्यादा पॉपुलर है किहदे नालों, सिस्क नालों, क्योंकि इसकी परफॉर्मेंस बैटर है। इट यूज़ फ्लोटिंग पॉइंट डेटा टाइप, एक यूज़ कर सकता है फ्लोटिंग पॉइंट यानी फ्रैक्शनल वैल्यू भी यूज़ कर सकता है। सो जो अगला नैक्सट है ना ये दिता है, सो ये डेफिनेशन ही ने दोबारा इन्हों किमें अगे किया जा रहा। देखो द स्मॉलेस्ट सैट ऑफ इंस्ट्रक्शन ऑफ ए टिपिकल रिस्क प्रोसैसर कंसिस्ट मोस्टली ऑफ द रजिस्टर टू रजिस्टर ऑपरेशन विद ओनली सिंपल लोड एंड स्टोर ऑपरेशन फॉर मैमरी एक्सैस। जेडे पहली गल तो कह रहे हैं ये इंस्ट्रक्शन ने स्मॉलेस्ट ने, और टिपिकली रिस्क प्रोसैसर कंसिस्ट मोस्टली रजिस्टर टू रजिस्टर होंगे मतलब एक रजिस्टर तो दूजे रजिस्टर जाना, दूजे तो तीजे ते जाना, यानी कि जोड़ा भी कंटेंट जा रहा है या जोड़ी भी इंस्ट्रक्शन जा रही है एक रजिस्टर तो दूजे रजिस्टर से मूव करती है, दूजे तो तीजे च मूव करती है, तीजे तो चौथे च मूव करती है, जिन्हें आप यूज़ करनी है। कहना विद इन सिंपल लोड, यानी सिंपली तरीके मैमरी के लोड किया जाता है जी इंस्ट्रक्शन ने गया तो स्टोर किया जाता है ऑपरेशनस में मैमरी एक्सैस द्वारा। दस ईच ऑपरेंड इज़ ब्रॉट इन टू ए प्रोसैसर रजिस्टर विद ए लोड इंस्ट्रक्शन। हम देखो जिन्ने भी ऑपरेंड तुम यूज़ कर रहे हो वो की ब्रिंग करते हैं, ब्रिंग ब्रॉट, ठीक है, की किया उन्होंने कि इनटू ए प्रोसैसर रजिस्टर विद ए लोड इंस्ट्रक्शन, यानी कि इंस्ट्रक्शनस नूं लोड किया। इंस्ट्रक्शन लोड करने का मतलब ध्यान रखो जिवें आप गन के कहना गन नूं लोड कर लो, गन नूं लोड करना मतलब आप गोलियां पा देनियां, तो ये होंगे भी इंस्ट्रक्शन नूं लोड करने का मीनिंग की होंगे जो आप ऑपरेंड दिंदे आ तो आपां नूं हुण आउटपुट लई कोई ना कोई वैल्यू तो देनी पऊगी, तो जिवें ही तुसीं वैल्यू दिंदे हो तो नाल दी नाल रजिस्टर के अकॉर्डिंग मतलब उन्होंने एड्रैस के अकॉर्डिंग उस चीज़ पिक कर लैंदा भी किहड़ी चीज़ की अपने को वैल्यू आई है। जे ए तुसीं ए नूं एड्रैस दिता होया तो जिवें तुसीं ने ए पहले नंबर पर तुसीं एड्रैस मिलिया होया, जिवें पहली वैल्यू दी तो पहली वैल्यू किहदी चक्कूगा, ए दी चक्कूगा, ठीक है, दूजी वैल्यू नूं पता भी किहदी आऊगी मेरे को बी दी आऊगी। सो ऑल कंप्यूटेशन आर डन अमंग द डेटा स्टोर इन द प्रोसैसर रजिस्टर एंड द रिजल्ट आर ट्रांसफर टू द मैमरी। हुण देख लिया कहना ऑल कंप्यूटेशन जिन्नी भी कंप्यूटेशन का मतलब तुहानूं मैं पहले भी दस चुकिया, आप जो भी मैथमैटिकल टास्क परफॉर्म करना वो कंप्यूटेशन कंप्यूट करना उन्होंने कैलकुलेशन करना आर डन अमंग द डेटा स्टोर इन द प्रोसैसर रजिस्टर, कि द्वारा किया जा रहा है जो डेटा स्टोर ने कि अंदर प्रोसैसर मतलब रजिस्टर यानी कि कि अंदर ने रजिस्टर जो भी अपनी चीज़ां स्टोर ने उन्होंने प्रोसैस किया जाता है एंड रिजल्ट आर ट्रांसफर। रिजल्ट जो थोड़े लिए कंप्लीट हो जाता है, जो प्रोसैसिंग कंप्लीट हो जाती है, इंस्ट्रक्शन अपलाई हो जाती है, तो डेटा ट्रांसफर कितने कर दिता जाता है, मेन ट्रांसफर टू द मैमरी बाय मीनस ऑफ स्टोर इंस्ट्रक्शन। जो हुण देखो एक मैं एक एग्जाम्पल देके समझा देना, तुसीं देखो कंप्यूटर के अंदर कंट्रोल यूनिट होनी है, CPU के अंदर होंगी है। हुण कंट्रोल यूनिट सारे काम करती है, यानी कि सब तो पहला उसका काम होंगे जो भी कोई इंस्ट्रक्शन आती है पहला मेन मैमरी के अंदर जाती है, मेन मैमरी तो चीज़ ट्रांसफर हो गई जाती है ALU कोड। ALU मतलब जिथे अपने कंप्यूट करना है जिथे ही उत्थे कंप्यूट होंदा है, कंप्यूट यानी प्रोसैसिंग कंप्लीट होंदी है। आफ्टर दैट इंस्ट्रक्शन कितने जांदियां ने सैकेंडरी मैमरी कोड ताकि स्टोर किया जा सके उन्होंने, तो यदा मीनिंग वो बनता है। कहना की है ट्रांसफर टू द मैमरी बाय मीनस ऑफ स्टोर इंस्ट्रक्शन, ताकि इंस्ट्रक्शन की किया जा सके, स्टोर किया जा सके। रिस्क यूज फ्यू एड्रैसिंग मोड, जो इन्होंने एड्रैसिंग मोड ने घट यूज़ करता है। रिजल्ट फ्रॉम द फैक्ट आलमोस्ट ऑल इंस्ट्रक्शन हैव सिंपल रजिस्टर एड्रैसिंग, जिन्नियां भी इंस्ट्रक्शनस ने उन्होंने की ने सिंपल एड्रैस यूज़ किए हैं। सिंपल मतलब आपां सीरीयल वाइज ही कह लो भावें
ਵੀ ਉਹਨਾਂ ਨੂੰ ਇਸ ਤਰੀਕੇ ਨਾਲ, ਮੈਂ ਪਹਿਲਾਂ ਦੱਸ ਕੇ ਹਟਿਆ ਲਾਇਬ੍ਰੇਰੀ ਦੀ ਐਗਜ਼ਾਮਪਲ ਦਿੱਤੀ, ਵੀ ਉਹਨਾਂ ਨੂੰ ਇਸ ਤਰੀਕੇ ਨਾਲ ਰੱਖਿਆ ਜਾਂਦਾ ਤਾਂ ਕਿ ਉੱਥੇ ਕੋਈ ਵੀ ਕੰਪਲੈਕਸਿਟੀ ਨਾ ਸ਼ੋ ਹੋਵੇ। ਅਦਰ ਐਡਰੈਸਿੰਗ ਮੋਡ ਮੇ ਬੀ ਇਨਕਲੂਡਡ ਸਚ ਐਜ਼ ਇਮੀਡੀਏਟ, ਓਪਰੈਂਡ ਐਂਡ ਰਿਲੇਟਿਵ ਮੋਡ। ਜਿਹੜੇ ਦੂਜੇ ਐਡਰੈਸਿੰਗ ਮੋਡ ਆਪਾਂ ਯੂਜ਼ ਕਰਦੇ ਹਾਂ ਉਹ ਕਿਵੇਂ ਦੇ ਹੁੰਦੇ ਨੇ? ਇਮੀਡੀਏਟ ਓਪਰੈਂਡ ਯੂਜ਼ ਕਰਦੇ ਹਾਂ, ਰਿਲੇਟਿਵ ਮੋਡ। ਇਮੀਡੀਏਟ ਤਾਂ ਹੁੰਦੇ ਨੇ ਜਿਹੜੇ ਤੁਰੰਤ ਫੈਸਲੇ ਲਿੱਤੇ ਜਾਂਦੇ, ਜਿਹੜੇ ਤੁਰੰਤ ਕਿਸੇ ਨੂੰ ਪਿਕ ਕੀਤੇ ਜਾਂਦੇ, ਅਤੇ ਜਿਹੜੇ ਰਿਲੇਟਿਵ ਹੁੰਦੇ ਨੇ ਉਹਨਾਂ ਨਾਲ ਸੰਬੰਧਿਤ, ਯਾਨੀ ਕਿ ਆਪਾਂ ਜੀ ਇੱਕ ਚੀਜ਼ ਨੂੰ ਸਟਾਰਟ ਕੀਤਾ, ਜਿਵੇਂ ਤੁਸੀਂ ਮੈਂ ਪਿੱਛੇ ਜੀ ਆਪਾਂ ਸਟੈਕ ਸਿਸਟਮ ਸੀਗਾ, ਜੇ ਆਪਾਂ ਮੰਨ ਲਓ ਫੋਰ ਐਗਜ਼ਾਮਪਲ ਤੁਹਾਡੇ ਲਈ 10 ਚੀਜ਼ਾਂ ਪਈਆਂ ਨੇ, ਆਪਾਂ ਨੇ 7ਵੀਂ ਚੀਜ਼ ਨੂੰ ਬਾਹਰ ਕੱਢਣਾ ਤਾਂ ਆਪਾਂ ਨੂੰ ਉਹਦੇ ਵਾਸਤੇ ਪਹਿਲੀਆਂ 2-3 ਨੂੰ ਵੀ ਹਿਲਾਉਣਾ ਪਊਗਾ, ਯਾਨੀ ਕਿ 10th ਨੂੰ ਵੀ ਹਿਲਾਉਣਾ ਪਊਗਾ ਅਤੇ 9th ਨੂੰ ਵੀ ਹਿਲਾਉਣਾ ਪਊਗਾ ਅਤੇ 8th ਨੂੰ ਵੀ ਹਿਲਾਉਣਾ ਪਊ। ਇਸ ਤਰੀਕੇ ਨਾਲ ਉਹਨਾਂ ਦੂਜਿਆਂ 'ਤੇ ਇਫੈਕਟ ਪੈਂਦਾ, ਬਟ ਇਹਦੇ ਵਿੱਚ ਉਹ ਚੀਜ਼ ਦੀ ਜ਼ਰੂਰਤ ਨਹੀਂ ਪੈਂਦੀ। ਬਾਈ ਯੂਜ਼ਿੰਗ ਦਾ ਰਿਲੇਟਿਵ ਸਿੰਪਲ ਇੰਸਟਰਕਸ਼ਨ ਫਾਰਮੈਟ ਦਾ ਇੰਸਟਰਕਸ਼ਨ length can be fixed and to store instruction we require limited memory access। ਹੁਣ ਜਿਹੜੀ ਇੰਸਟਰਕਸ਼ਨ ਲੈਂਥ ਹੈ ਕੈਨ ਵੀ ਫਿਕਸ ਹੁੰਦੀ ਹੈ, ਠੀਕ ਹੈ, ਅਤੇ ਉਹ ਸਟੋਰ ਇੰਸਟਰਕਸ਼ਨ ਵੀ ਰਿਕੁਆਇਰ ਲਿਮਿਟਡ ਮੈਮਰੀ, ਤਾਂ ਮੈਮਰੀ ਵੀ ਕੀ ਹੁੰਦੀ ਹੈ ਘੱਟ ਯੂਜ਼ ਹੁੰਦੀ ਹੈ। ਸੋ ਅੱਗੇ ਤੁਸੀਂ ਇਹਨੂੰ ਰੀਡ ਕਰ ਲਿਓ ਥੋੜ੍ਹਾ, ਕਿਉਂਕਿ ਇੰਨਾ ਜ਼ਿਆਦਾ ਇਹਦੇ ਵਿੱਚ ਆਪਾਂ ਨੇ ਮੇਨਲੀ ਤਾਂ ਆਪਾਂ ਨੇ ਆਹੀ ਦੇਣੇ ਨੇ, 10 ਪੁਆਇੰਟ ਤਾਂ ਇਹ ਬਣਦੇ ਨੇਗੇ, ਉਦੋਂ ਬਾਅਦ ਥੋੜ੍ਹੀ ਮੋਟੀ ਡੈਫੀਨੇਸ਼ਨ ਇਹ ਦੇਣੀ ਹੈ। ਉਸ ਤੋਂ ਬਾਅਦ ਤੁਹਾਡਾ ਜਿਹੜਾ ਕੁਐਸਚਨ ਬਣੂਗਾ ਸਿਸਕ ਬਣੂਗਾ, ਇਹਦਾ ਦੇਖੋ ਉਲਟ ਹੈ, ਇਹ ਉਹਦੀ ਜੋ ਰਿਡਿਊਸ ਸੀ ਇਹਦੇ 'ਚ ਕੰਪਲੈਕਸ ਹੈ, ਇਹਦੀ ਜਿਹੜੀ ਇੰਸਟਰਕਸ਼ਨ ਨੇ ਬਹੁਤ ਜ਼ਿਆਦਾ ਨੇ, ਤਾਂ ਆਟੋਮੈਟਿਕ ਹੈ ਵੀ ਇਹ ਚੀਜ਼ ਤਾਂ ਓਬਵੀਅਸ ਹੈ ਵੀ ਦੇਖੋ ਜੋ ਚੀਜ਼ਾਂ ਉਹਦੇ ਵਿੱਚ ਹੈ ਨਹੀਂ ਸੀ ਹੁਣ ਇਹਦੇ 'ਚ ਉਹ ਹੋਣਗੀਆਂ, ਟਾਈਮ ਵੀ ਵੱਧ ਕੰਜ਼ਿਊਮ ਹੋਊਗਾ, ਮੈਮਰੀ ਵੀ ਵੱਧ ਕੰਜ਼ਿਊਮ ਹੋਊ, ਸਾਰਾ ਕੁਝ ਉਲਟ ਹੋਊਗਾ, ਠੀਕ ਹੈ। ਸੋ ਸਿਸਕ ਦੇ ਵਿੱਚ ਗੱਲ ਕਰ ਰਿਹਾ ਕੰਪਲੈਕਸ ਇੰਸਟਰਕਸ਼ਨ ਸੈੱਟ ਕੰਪਿਊਟਿੰਗ, ਕਹਿੰਦਾ ਦਾ ਡਿਜ਼ਾਈਨ ਆਫ ਦਾ ਇੰਸਟਰਕਸ਼ਨ ਸੈੱਟ ਆਫ ਫॉर ਏ ਕੰਪਿਊਟਰ ਮਸਟ ਟੇਕ ਇਨਟੂ ਕੰਸੀਡਰੇਸ਼ਨ ਨਾਟ ਓਨਲੀ ਲੈਂਗੁਏਜ ਕੰਸਟਰਕਟ ਬਟ ਆਲਸੋ ਰਿਕੁਆਇਰਮੈਂਟ imposed on the use high level programming language। ਜੇ ਸਿੱਧਾ ਵੀ ਬੋਲ ਸਕਦੇ ਹੋ, ਇਸ ਲਾਈਨ ਨੂੰ ਸਿੱਧਾ ਵੀ ਲਿਖਿਆ ਜਾ ਸਕਦਾ ਹੈ, ਜਿਹੜਾ ਦਾ ਡਿਜ਼ਾਈਨ ਆਫ ਸਿਸਕ ਕਹਿ ਲਓ ਜਾਂ ਡਿਜ਼ਾਈਨ ਆਫ ਕੰਪਲੈਕਸ ਇੰਸਟਰਕਸ਼ਨ ਸੈੱਟ ਕੰਪਿਊਟਿੰਗ, ਇਹ ਯੂਜ਼ ਫॉर ਹਾਈ ਲੈਵਲ ਪ੍ਰੋਗਰਾਮਿੰਗ ਲੈਂਗੁਏਜ। ਇਹਨੂੰ ਯੂਜ਼ ਕੀਤਾ ਜਾਂਦਾ ਹੈ ਕਾਹਦੇ ਲਈ? ਹਾਈ ਲੈਵਲ ਪ੍ਰੋਗਰਾਮਿੰਗ ਲੈਂਗੁਏਜ ਲਈ, ਯਾਨੀ ਕੰਪਿਊਟਰ ਦੀ ਹਾਈ ਲੈਵਲ ਪ੍ਰੋਗਰਾਮਿੰਗ ਲਈ ਯੂਜ਼ ਕੀਤਾ ਜਾਂਦਾ ਹੈ। ਦਾ ਟਰਾਂਸਲੇਸ਼ਨ ਫਰੋਮ ਹਾਈ ਲੈਵਲ ਟੂ ਮਸ਼ੀਨ ਲੈਂਗੁਏਜ, ਹੁਣ ਇਹ ਦੇਖੋ ਜੀ ਟਰਾਂਸਲੇਟ ਕਰਨਾ ਇੱਕ ਚੀਜ਼ ਨੂੰ ਮਤਲਬ ਚੇਂਜ ਕਰਨਾ, ਭਾਸ਼ਾ ਦੇ ਵਿੱਚ ਬਦਲਣਾ। ਟਰਾਂਸਲੇਸ਼ਨ ਫਰੋਮ ਹਾਈ ਲੈਵਲ ਟੂ ਮਸ਼ੀਨ ਲੈਂਗੁਏਜ ਪ੍ਰੋਗਰਾਮ ਇਜ਼ ਡਨ ਬਾਏ ਮੀਨਸ ਆਫ ਕੰਪਾਈਲਰ। ਹੁਣ ਇਹ ਕੰਮ ਕੌਣ ਕਰ ਰਿਹਾ? ਕੰਪਾਈਲਰ ਕਰ ਰਿਹਾ। ਮੰਨ ਲਓ ਵੀ ਤੁਹਾਡੀ ਹਿਊਮਨ ਲੈਂਗੁਏਜ ਨੂੰ ਮਸ਼ੀਨ ਲੈਂਗੁਏਜ ਵਿੱਚ ਕਨਵਰਟ ਕਰਨ ਦਾ ਕੰਮ ਕੌਣ ਕਰ ਰਿਹਾ? ਕੰਪਾਈਲਰ ਕਰ ਰਿਹਾ। ਵਨ ਰੀਜ਼ਨ ਫॉर ਦ ਟ੍ਰੈਂਡ ਟੂ ਪ੍ਰੋਵਾਈਡ ਏ ਕੰਪਲੈਕਸ ਇੰਸਟਰਕਸ਼ਨ ਸੈੱਟ ਇਜ਼ ਦ ਡਿਜ਼ਾਇਰ ਟੂ ਸਿੰਪਲੀਫਾਈ ਕੰਪਾਈਲੇਸ਼ਨ ਐਂਡ ਇੰਪਰੂਵ ਦ ਓਵਰਆਲ ਕੰਪਿਊਟਰ ਪਰਫੋਰਮੈਂਸ। ਹੁਣ ਇਸ ਲਾਈਨ ਦਾ ਮੀਨਿੰਗ ਕੀ ਹੈ? ਵਨ ਰੀਜ਼ਨ ਫॉर ਦ ਟ੍ਰੈਂਡ ਟੂ ਪ੍ਰੋਵਾਈਡ ਏ ਕੰਪਲੈਕਸ ਇੰਸਟਰਕਸ਼ਨ ਸੈੱਟ, ਯਾਨੀ ਆਪਾਂ ਯੂਜ਼ ਕਿਉਂ ਕਰਨ ਲੱਗੇ? ਜਦੋਂ ਆਪਣਾ ਕੰਮ ਰਿਸਕ ਨਾਲ ਹੋ ਸਕਦਾ ਸੀ ਫਿਰ ਆਪਾਂ ਨੂੰ ਸਿਸਕ ਦੀ ਜ਼ਰੂਰਤ ਕਿਉਂ ਪਈ? ਹੁਣ ਉਹ ਇਸ ਦਾ ਮੀਨਿੰਗ ਕੀ ਬਣਦਾ? ਕਹਿੰਦਾ ਵਨ ਰੀਜ਼ਨ ਫॉर ਦ ਟ੍ਰੈਂਡ ਟੂ ਪ੍ਰੋਵਾਈਡ ਏ ਕੰਪਲੈਕਸ ਇੰਸਟਰਕਸ਼ਨ ਸੈੱਟ ਇਜ਼ ਦ ਡਿਜ਼ਾਇਰ ਟੂ ਸਿੰਪਲੀਫਾਈ ਦਾ ਕੰਪਾਈਲੇਸ਼ਨ, ਯਾਨੀ ਕਿ ਕੰਪਲਾਈ ਜਦੋਂ ਵੀ ਕੰਟੈਂਟ ਨੂੰ ਹਾਈ ਲੈਵਲ ਟੂ ਆਪਾਂ ਮਸ਼ੀਨ ਲੈਂਗੁਏਜ ਵਿੱਚ ਟਰਾਂਸਲੇਟ ਕਰਦੇ ਹਾਂ ਤਾਂ ਉਸ ਚੀਜ਼ ਨੂੰ ਸਿੰਪਲੀਫਾਈ ਕਰਨ ਲਈ, ਉਹਦੀ ਪਰਫੋਰਮੈਂਸ ਨੂੰ ਇਨਕਰੀਜ਼ ਕਰਨ, ਇੰਪਰੂਵ ਕਰਨ ਲਈ ਕਿਹਦੀ ਨੂੰ? ਕੰਪਿਊਟਰ ਨੂੰ ਆਪਾਂ ਯੂਜ਼ ਕਰਦੇ ਹਾਂ ਸਿਸਕ ਦਾ। ਦ ਟਾਸਕ ਆਫ ਕੰਪਾਈਲਰ ਇਜ਼ ਟੂ ਜਨਰੇਟ ਏ ਸੀਕੁਐਂਸ ਆਫ ਮਸ਼ੀਨ ਇੰਸਟਰਕਸ਼ਨ। ਜਿਹੜਾ ਟਾਸਕ ਹੈ ਕੰਪਾਈਲਰ ਦਾ ਉਹ ਕੀ ਜਨਰੇਟ ਕਰਦਾ ਹੈ? ਸੀਕੁਐਂਸ ਜਨਰੇਟ ਕਰਦਾ ਹੈ, ਯਾਨੀ ਸੀਕੁਐਂਸ ਕੀ ਹੁੰਦਾ ਹੈ? ਆਪਾਂ ਕਿਸੇ ਦੀ ਆਪਾਂ ਕਹਿੰਦੇ ਫੇਸ ਟੂ ਫੇਸ, ਲੈਵਲ ਟੂ ਲੈਵਲ, ਜਿਵੇਂ ਵੀ ਕਹਿ ਲਓ, ਸੀਕੁਐਂਸ ਕ੍ਰੀਏਟ ਕਰਨਾ, ਠੀਕ ਹੈ। ਸੀਕੁਐਂਸ ਆਫ ਮਸ਼ੀਨ ਇੰਸਟਰਕਸ਼ਨ ਫॉर ਈਚ ਹਾਈ ਲੈਵਲ ਲੈਂਗੁਏਜ ਸਟੇਟਮੈਂਟ, ਹਰ ਇੱਕ ਹਾਈ ਲੈਵਲ ਸਟੇਟਮੈਂਟ ਲਈ ਇੱਕ ਸੀਕੁਐਂਸ ਸੈੱਟ ਕੀਤਾ ਜਾਂਦਾ। ਸੀਕੁਐਂਸ ਦਾ ਮਤਲਬ ਕੀ ਹੁੰਦਾ ਵੀ ਕਿਸ ਤਰੀਕੇ ਨਾਲ ਅੱਗੇ ਮੂਵ ਕਰੂਗਾ, 1 2 3 4 5 6 A B C D F G ਐਟਸੈਕਟਰਾ ਜੋ ਵੀ। ਦ ਇੰਸਟਰਕਸ਼ਨ ਇਨ ਦ ਸਿਸਕ ਪ੍ਰੋਸੈਸਰ ਪ੍ਰੋਵਾਈਡ ਦ ਡਾਇਰੈਕਟ ਮੈਨੀਪੂਲੇਸ਼ਨ ਓਪਰੈਂਡ। ਇਹਦੇ ਵਿੱਚ ਹੁਣ ਆਪਾਂ ਯੂਜ਼ ਕਰਾਂਗੇ ਡਾਇਰੈਕਟ ਮੈਨੀਪੂਲੇਸ਼ਨ ਓਪਰੈਂਡ ਰਿਸਾਈਡਿੰਗ ਇਨ ਦ ਮੈਮਰੀ, ਯਾਨੀ ਕਿ ਕਿਹਨਾਂ ਨੂੰ ਆਪਾਂ ਜਿੰਨੇ ਵੀ ਡਾਇਰੈਕਟ ਐਕਸੈਸ ਕਰਾਂਗੇ, ਕਿਹਨਾਂ ਨੂੰ ਐਕਸੈਸ ਕਰਾਂਗੇ ਆਪਾਂ? ਜਿੰਨੇ ਵੀ ਓਪਰੈਂਡਸ ਨੇਗੇ ਵਿਦਾਊਟ ਮੈਮਰੀ। ਫੋਰ ਐਗਜ਼ਾਮਪਲ ਐਨ ਐਡ ਇੰਸਟਰਕਸ਼ਨ ਮੇ ਸਪੈਸੀਫਾਈ ਵਨ ਓਪਰੈਂਡ ਇਜ਼ ਮੈਮਰੀ ਥਰੂ ਇੰਡੈਕਸ ਐਡਰੈਸਿੰਗ ਐਂਡ ਏ ਸੈਕੰਡ ਓਪਰੈਂਡ ਇਨ ਦ ਮੈਮਰੀ ਥਰੂ ਏ ਡਾਇਰੈਕਟ ਐਡਰੈਸਿੰਗ। ਹੁਣ ਦੇਖੋ ਆਪਾਂ ਇੱਕ ਐਡ ਇੰਸਟਰਕਸ਼ਨ ਅਪਲਾਈ ਕਰਾਂਗੇ, ਯਾਨੀ ਆਪਾਂ ਓਪਰੈਂਡ ਦੇ ਵਿੱਚ ਕੀ ਅਪਲਾਈ ਕਰ ਰਹੇ ਹਾਂ? ਪਲੱਸ ਕਰ ਰਹੇ ਹਾਂ, ਠੀਕ ਹੈ। ਕਹਿੰਦਾ ਕਿ ਐਡ ਇੰਸਟਰਕਸ਼ਨ ਮੇ ਸਪੈਸੀਫਾਈ ਵਨ ਓਪਰੈਂਡ, ਕੀ ਯੂਜ਼ ਕਰ ਰਿਹਾ? ਇੱਕ ਓਪਰੈਂਡ ਯੂਜ਼ ਕਰ ਰਿਹਾ, ਯਾਨੀ A ਪਲੱਸ ਜਾਂ ਪਲੱਸ A ਇਨ ਦਾ ਮੈਮਰੀ ਥਰੂ, ਜਾਂ ਸਿੱਧਾ ਐਡ A ਲਿਖ ਦਿਓ। ਇੰਡੈਕਸ ਐਡਰੈਸਿੰਗ ਮੋਡ, ਉਹਦੇ ਵਾਸਤੇ ਆਪਾਂ ਯੂਜ਼ ਕਰ ਰਹੇ ਹਾਂ ਇੰਡੈਕਸ ਐਡਰੈਸਿੰਗ ਮੋਡ ਯੂਜ਼ ਕਰ ਰਹੇ ਹਾਂ। ਇਹ ਤੁਹਾਨੂੰ ਮੈਂ ਪਹਿਲਾਂ ਦੱਸਣਾ ਚਾਹੂੰਗਾ। ਇਹਦੇ ਵਿੱਚ ਦੇਖੋ ਕੀ ਹੈ, ਮੇਰਾ ਕਹਿਣ ਦਾ ਮੀਨਿੰਗ ਕਿ ਵੀ A ਦੀ ਵੈਲਿਊ ਤੁਹਾਡੇ ਕੋਲ ਪਹਿਲਾਂ ਹੀ ਪਈ ਹੈ, A ਦੀ ਵੈਲਿਊ ਤੁਸੀਂ ਸਟੋਰ ਕੀਤੀ ਹੋਈ ਹੈ 10। ਹੁਣ ਆਪਾਂ ਕੀ ਕਰਦੇ ਹਾਂ? ਇੱਕ ਨਵੀਂ ਚੀਜ਼ ਨੂੰ ਐਡ ਕਰਦੇ ਹਾਂ,
मैं ऐड कर रहा ए अगे मैं कर रहा A+10। हुण A+10 का मतलब की बनो, थोड़ा आंसर की आऊगा, आउटपुट तुहाडी आऊगी 20, क्योंकि ए की वैल्यू मैं ऑलरेडी पहला ही स्टोर की हुई है 10। तो ऑटोमैटिक जो ऑपरेशन परफॉर्म किया मैं किया A+10, तो आंसर की आ गया 20। एज सेम एज उन्हें कहता कि इंडेक्स एड्रैसिंग मोड यूज़ करूँ एंड सैकेंड ओपरेंड इन द मैमरी थ्रू डायरैक्ट एड्रैसिंग। जो सैकेंड ओपरेंड है वो डायरैक्ट एड्रैसिंग मोड यूज़ करूँगा। डायरैक्ट एड्रैसिंग मोड मतलब मैमरी के उस चीज़ को पिक करके वो प्लस करके दिखा दूँगा। एग्जाम्पल भी तुम दे सकते हो कि A+10, ठीक है, ए आप ही पिक कर लूँ अपना एड्रैस में। सो फीचर की ने दियाँ, पहला तो कंपलैक्स इंस्ट्रक्शन सैट कंप्यूटिंग है। दूजा इट हैज़ ए वाइड रेंज ऑफ इंस्ट्रक्शन, ये इंस्ट्रक्शन ज़्यादा यूज़ करते हैं। रिस्क मशीन जनरली मेक यूज़ फॉर कंपलैक्स एड्रैसिंग, इन्हू यूज़ किया जाता है ज़्यादा यानी कंपलैक्स एड्रैसिंग मोड ਲਈ। इट हैज़ 2 ऑपरेंड फॉर्मेट, ये फॉर्मेट कि यूज़ किया जाता है 2 ऑपरेंड फॉर्मेट। वेयर इंस्ट्रक्शन हैज़ ए सोर्स एंड डेस्टिनेशन, यानी कि हर एक इंस्ट्रक्शन का की होंगे, एक सोर्स स्टार्ट होंगे, सोर्स होंगे स्टार्टिंग पॉइंट एंड डेस्टिनेशन होंगे एंडिंग पॉइंट। ये वेरिएबल नंबर ऑफ इंस्ट्रक्शन टिपिकली फ्रॉम 100 to 200 250 इंस्ट्रक्शन, यानी कि आप गल करते हैं एक एग्जाम्पल तो वेरिएबल जो तुम डिकलेयर करते हो उन्होंने संख्या कितनी हो सकती है 100 to 250। इट सपोर्ट मल्टीपल एड्रैसिंग मोड, एक इनू सपोर्ट करता है, मल्टीपल एड्रैसिंग मोड सपोर्ट करता है 5 to 20, यानी कि एड्रैसिंग मोड की गल करें कि एड्रैस यूज़ कर। इट यूज़ मोस्टली माइक्रो प्रोग्राम कंट्रोल यूनिट, इनू ज़्यादातर यूज़ किया जाता है कद लई माइक्रो प्रोग्राम कंट्रोल यूनिट ਲਈ, यानी कि वाइल रिस्क मशीन यूज़ हार्डवेयर, यानी कि उन्होंने तो हार्डवेयर यूज़ किया जाता कंट्रोल करने, इन्हें यूज़ किया जाता माइक्रो प्रोग्राम को कंट्रोल करने। सिस्क प्रोसैसर यूज़ हाई लैवल स्टेटमेंट, इन्होंने कदे वास्ते प्रयोग किया जाता है हाई लैवल स्टेटमेंट्स ਲਈ, यानी कि बल्कि लिखा जिवें इट यूज़ बल्कि कंपाइलर टू प्रोड्यूस स्मॉल ऑब्जैक्ट कोड, यानी कि अमाउंट ऑफ डेटा जिथे आप ज़्यादा यूज़ करते हैं, अमाउंट ऑफ डेटा जिथे यूज़ करते हैं उत्थे की अप्लाई करते हैं आप सिस्क ऑपरेशन परफॉर्म करते हैं। इट रिक्वायर मोर हार्डवेयर सर्किट दैन रिस्क, ये जोड़े हार्ड वायर्ड सर्किट ने वो ज़्यादा यूज़ किए जाएंगे एज ए कंपेरिजन रिस्क। द कंपलैक्स हार्डवेयर इज़ मोर प्रोन टू फेलियर, हुण ये जो फेलियर के चांसिस की ने ज़्यादा ने। इट प्रोवाइड डायरैक्ट मैनीपुलेशन, ये आप की करते हैं डायरैक्ट मैनीपुलेट करते हैं ऑफ द ओपरेंड इन द मेन मैमरी, यानी कि मेन मैमरी के डेटा जल्दी पिक किया जाता है डायरैक्ट या सीधा लिखते इस लाइन में जिवें लास्ट आया से आप यूज़ करते हैं डायरैक्ट एड्रैसिंग मोड यूज़ करते हैं, ठीक है। फॉल्ट टॉलरेंस is less in the CISC processor, it has difficult to find out in the fail। वैसे तो कहना फॉल्ट के चांसिस तो घट होंगे ने, लेकिन जे फॉल्ट आ जाए तो फिर उन्होंने फाइंड आउट करना बहुत औखा है। एग्जाम्पल ऑफ CISC प्रोसैसर इज़ IBM 370, ये भी एक कंपनी के जो कंप्यूटर वो एग्जाम्पल दी हुई जो यूज़ किया गया। CISC इंस्ट्रक्शन आर वेरिएबल लेंथ, इन्हों की लेंथ की होंगी वेरिएबल होंगी है एंड हैंस नॉन यूनीफॉर्म इंस्ट्रक्शन, तो जी इंस्ट्रक्शन की टाइप हो गई नॉन यूनीफॉर्म इंस्ट्रक्शन है। सो आप जो नैक्सट टॉपिक है आप अगले पार्ट के डिस्कस करांगे जिहदे च आप डिफरेंस बारे गल करांगे इन्हां दे। ओके जी, थैंक यू।